ਸੋਰਠ ਮਹੱਲਾ ਪੰਜਵਾਂ। ਅਵਿਨਾਸ਼ੀ ਜੀਅਨ ਕੋ ਦਾਤਾ, ਸਿਮਰਤ ਸਭ ਮਲ ਖੋਈ। ਗੁਣ ਨਿਦਾਨ ਭਗਤਨ ਕਉ ਬਰਤਨ, ਬਿਰਲਾ ਪਾਵੈ ਕੋਈ। ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ। ਜਾ ਕੀ ਸ਼ਰਨ ਪਿਆ ਸੁਖ ਪਾਈਐ, ਬਾਹੁੜ ਦੁਖ ਨਾ ਹੋਈ। ਰਹਾਉ ਵਡ ਭਾਗੀ ਸਾਧ ਸੰਗ ਪ੍ਰਾਪਤ, ਤਿਨ ਭੇਟਤ ਦੁਰਮਤ ਖੋਈ। ਤਿਨ ਕੀ ਤੋਰ ਨਾਨਕ ਦਾਸ ਵਾਂਛੈ, ਜਿਨ ਹਰ ਨਾਮ ਹਿਰਦੈ ਪਰੋਇ। ਬੜ ਭਾਗੀ ਸਾਧ ਸੰਗ ਪ੍ਰਾਪਤ, ਤਿਨ ਭੇਟਤ ਦੁਰਮਤ ਖੋਈ। ਤਿਨ ਕੀ ਤੋਰ ਨਾਨਕ ਦਾਸ ਵਾਛੈ, ਜਿਨ ਹਰ ਨਾਮ ਹਿਰਦੈ ਪਰੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ। ਸਾਹਿਬਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਦੇ ਪਿਆਰ ਵਾਲੀ, ਗੁਰੂ ਦੀ ਸਾਜੀ ਨਿਵਾਜੀ ਸਾਧ ਸੰਗਤ ਜੀ, ਸਤਿਗੁਰੂ ਜੀ ਦੀ ਬੜੀ ਮਿਹਰ ਕਿਰਪਾ ਰਹਿਮਤ ਹੋਈ ਹੈ। ਅੰਮ੍ਰਿਤ ਵੇਲੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਹਾਜ਼ਰੀ ਭਰਨ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ। ਅੰਮ੍ਰਿਤ ਵੇਲੇ ਤੋਂ ਨਿਤਨੇਮ ਦੀਆਂ ਬਾਣੀਆਂ ਦੇ ਜਾਪ ਹੋਏ। ਆਸਾ ਜੀ ਦੀ ਵਾਰ ਦੇ ਕੀਰਤਨ ਗੁਰਮੁਖਾਂ ਪਾਸੋਂ ਸਰਵਣ ਕੀਤੇ ਨੇ, ਅਤੇ ਚੱਲ ਰਹੀ ਲੜੀਵਾਰ ਕਥਾ ਜੋ ਕਿ ਹਰ ਰੋਜ਼ ਗੁਰੂ ਚਰਨਾਂ ਵਿੱਚ ਬੈਠ ਕੇ ਆਪਾਂ ਸਰਵਣ ਕਰਦੇ ਹਾਂ। ਮਹਾਰਾਜ ਜੀ ਨੇ ਬਹੁਤ ਮਿਹਰ ਕਿਰਪਾ ਰਹਿਮਤ ਬਖਸ਼ਿਸ਼ ਕੀਤੀ ਹੈ, ਸਮਾਂ ਬਖਸ਼ਿਆ ਹੈ। ਸੋ ਆਓ ਆਪਾਂ ਚਿੱਤ ਬਿਰਤੀਆਂ ਨੂੰ ਇਕਾਗਰ ਕਰੀਏ। ਮਹਾਰਾਜ ਜੀ ਉਪਦੇਸ਼ ਕੀ ਦੇ ਰਹੇ ਨੇ, ਸਰਵਣ ਕਰਦੇ ਹਾਂ। 617 ਅੰਕ ਤੋਂ ਸ਼ਬਦ ਸ਼ੁਰੂ ਹੋ ਕੇ 618 ਅੰਕ 'ਤੇ ਸੰਪੂਰਨ ਹੁੰਦਾ ਹੈ। ਸੋਰਠ ਮਹੱਲਾ ਪੰਜਵਾਂ। ਪੰਜਵੇਂ ਪਾਤਸ਼ਾਹ ਮਹਾਰਾਜ ਜੀ ਸੋਰਠ ਰਾਗਣੀ ਦੇ ਵਿੱਚ ਕਿਰਪਾ ਕਰ ਰਹੇ ਨੇ। ਅਵਿਨਾਸ਼ੀ ਜੀਅਨ ਕੋ ਦਾਤਾ, ਸਿਮਰਤ ਸਭ ਮਲ ਖੋਈ। ਸੋ ਜਿਹੜਾ ਪ੍ਰਭੂ ਹੈ ਉਹ ਨਾਸ਼ ਤੋਂ ਰਹਿਤ ਹੈ, ਉਸ ਨੂੰ ਨਸ਼ਟ ਨਹੀਂ ਕੀਤਾ ਜਾ ਸਕਦਾ ਹੈ। ਫਿਰ ਸਭਨਾਂ ਦਾ ਦਾਤਾ ਹੈ, ਜਿਤਨੇ ਵੀ ਜੀਵ ਜੰਤ ਨੇ ਸਭਨਾਂ ਨੂੰ ਉਹ ਰਿਜ਼ਕ ਦੇ ਰਿਹਾ ਹੈ। ਲੋੜਾਂ ਤਾਂ ਮਨੁੱਖ ਦੀਆਂ ਜ਼ਿਆਦੇ ਨੇ, ਬਾਕੀ ਜੂਨਾਂ ਵਿੱਚ ਲੋੜਾਂ ਸਿਰਫ ਪੇਟ ਭਰਨ ਤੀਕਰ ਆ। ਜਾਂ ਜਿੱਦਾਂ ਪਕਸ਼ੀ ਨੇ ਜਿਹਦੇ ਜਦੋਂ ਆਂਡੇ ਦੇਣੇ ਹੁੰਦੇ ਉਦੋਂ ਆਲ੍ਹਣਾ ਬਣਾਉਣ ਦੀ ਲੋੜ ਪੈਂਦੀ ਹੈ ਉਹਨਾਂ ਨੂੰ। ਹੋਰ ਜਿੱਥੇ ਉਹਨਾਂ ਦਾ ਰਾਤ ਪੈਂਦੀ ਹੈ ਉਹ ਰਾਤ ਕੱਟ ਲੈਂਦੇ ਹੈ ਜੀ। ਜੰਗਲ ਦੇ ਵਿੱਚ ਜਾਨਵਰਾਂ ਨੂੰ ਦੇਖੋ, ਜੰਗਲ ਉਹਨਾਂ ਦਾ ਘਰ ਹੈ ਜੀ, ਰਹਿ ਰਹੇ ਨੇ। ਅਤੇ ਜੰਗਲ ਦੇ ਵਿੱਚ ਸ਼ੇਰ ਰੋਜ਼ ਜਾਨਵਰਾਂ ਨੂੰ ਮਾਰਦਾ, ਰੋਜ਼ ਖਾਂਦਾ ਹੈ, ਫਿਰ ਵੀ ਉਹ ਜੰਗਲ ਨਹੀਂ ਛੱਡ ਕੇ ਜਾ ਸਕਦੇ ਜੀ, ਉੱਥੇ ਰਹਿ ਰਹੇ। ਆਪਣੀ ਸੁਰੱਖਿਆ ਲਈ ਕੁਝ ਨਹੀਂ ਕਰ ਸਕਦੇ। ਹੁਣ ਇੱਕ ਵਾਰਦਾਤ ਹੋ ਜਾਵੇ ਕਿਤੇ ਆਪਣੇ,
ਮਨੁੱਖ ਜਾਤੀ ਵਿੱਚ। ਅਤੇ ਉਹਦੀ ਸੁਰੱਖਿਆ ਲਈ ਕਿੱਡੇ ਕਿੱਡੇ ਇੰਤਜ਼ਾਮ ਹੋ ਜਾਂਦੇ ਵੀ ਇੱਥੇ ਗੋਲੀ ਚੱਲੀ ਸੀ ਕਹਿੰਦੇ, ਤਬਦੀਸ਼ਾਂ ਸ਼ੁਰੂ ਹੋ ਜਾਂਦੀਆਂ, ਸਾਰਿਆਂ ਜਾਨਵਰਾਂ ਦੇ ਸਾਹਮਣੇ ਉਹ ਮਾਰ ਕੇ ਖਾ ਜਾਂਦਾ। ਨਾ ਕੋਈ ਤਬਦੀਸ਼, ਨਾ ਕੋਈ ਸੁਰੱਖਿਆ, ਕੱਖ ਨਹੀਂ ਹੋਵੇਗਾ ਜੀ। ਰਹਿ ਰਹੇ ਨੇ ਉੱਦਾਂ ਹੀ। ਪਰ ਸ਼ੇਰ ਵੀ ਜਿਹੜਾ ਜਦੋਂ ਭੁੱਖ ਲੱਗਦੀ ਫੇਰ ਮਾਰਦਾ, ਉਂਝ ਨਹੀਂ ਮਾਰਦਾ। ਅਤੇ ਮਨੁੱਖ ਦਾ ਪਤਾ ਨਹੀਂ ਕਿੰਨਿਆਂ ਕੁ ਦਾ ਰੋਜ਼ ਕਤਲ ਕਰ ਜਾਂਦਾ ਜੀ। ਹੱਕ ਮਾਰਨਾ ਇਹ ਕੀ ਹੈ? ਮਹਾਰਾਜ ਕਹਿੰਦੇ ਹੁਣ ਜੇ ਦਾਤੇ ਦੀ ਗੱਲ ਕਰੀਏ ਨਾ, ਦਾਤੇ ਦੀ, ਅਤੇ ਮਨੁੱਖ ਦੇ ਵਾਸਤੇ ਤਾਂ ਫਿਰ ਬਹੁਤ ਵੱਡਾ ਦਾਤਾ ਹੋਇਆ ਜੀ ਉਹ। ਬਾਕੀ ਤਾਂ ਵਿਚਾਰੇ ਪੇਟ ਭਰਨ ਜੋਗਾ ਉਹਨਾਂ ਨੂੰ ਚਾਹੀਦਾ, ਹੋਰ ਤਾਂ ਕੁਝ ਮੰਗਦੇ ਹੀ ਨਹੀਂ। ਉਹ ਪਾਣੀ ਪੀਣ ਨੂੰ ਚਾਹੀਦਾ, ਭੋਜਨ ਖਾਣ ਨੂੰ ਚਾਹੀਦਾ। ਉਹ ਪਿਆ ਖੁੱਲ੍ਹਾ ਖਲਾਰਾ ਦਿੱਤਾ, ਛੱਟਾ ਦਿੱਤਾ ਹੈ ਉਸਨੇ। ਮਨੁੱਖ ਤਾਂ ਭਾਈ ਬੜਾ ਕੁਝ ਮੰਗਦਾ ਜੀ। ਮਨੁੱਖ ਕਹਿੰਦਾ ਵਧੀਆ ਮਕਾਨ ਹੋਵੇ, ਫਿਰ ਟੱਬਰ ਔਲਾਦ ਜ਼ਰੂਰੀ ਚਾਹੀਦੀ ਹੈ। ਇਲਾਜ ਨਹੀਂ ਤਾਂ ਕਹਿਣਾ ਗ੍ਰਸਤੀ ਜੀਵਨ ਸਫਲ ਨਹੀਂ ਹੈ। ਲੀੜਾ ਕੱਪੜਾ ਵਧੀਆ, ਨੌਕਰੀ ਵਧੀਆ, ਪੈਸਾ ਆਉਂਦਾ ਹੋਵੇ, ਖਾਣੇ ਵਧੀਆ, ਗੱਡੀਆਂ ਵਧੀਆ। ਸੁੱਖ ਸਾਰੇ ਮੰਗਦਾ, ਦੁੱਖ ਕੋਈ ਨਹੀਂ ਮੰਗਦਾ ਜੀ। ਦੁੱਖ ਤਾਂ ਉਹਨੂੰ ਮਿਲ ਜਾਂਦਾ ਹੈ, ਪਰ ਹਿੱਸੇ ਆਉਂਦਾ ਵੀ ਦੁੱਖ ਭੋਗਣ ਨੂੰ ਤਿਆਰ ਨਹੀਂ। ਸੁੱਖ ਦੂਸਰੇ ਦਾ ਵੀ ਲੈਣ ਨੂੰ ਤਿਆਰ ਹੈ। ਆਹ ਸਿਸਟਮ ਹੋਇਆ ਪਿਆ ਜੀ। ਫਿਰ ਰੱਬ ਵੀ ਮਨੁੱਖ ਵਾਸਤੇ ਤਾਂ ਬਹੁਤ ਵੱਡਾ ਦਾਤਾ ਹੈ ਜੀ, ਬੜਾ ਵੱਡਾ ਦਾਤਾ ਹੈ। ਜੋ ਇਹ ਮੰਗਦਾ ਹੈ ਉਹ ਦੇ ਰਿਹਾ ਹੈ। ਅੱਜ ਦਾ ਨਹੀਂ, ਜਦੋਂ ਦੀ ਸ੍ਰਿਸ਼ਟੀ ਬਣੀ ਹੈ, ਦਿੰਦਾ ਦੇ ਲੈਂਦੇ ਥੱਕ ਪਾਏ। ਮਹਾਰਾਜ ਕਹਿੰਦੇ ਨਾ ਜੁਗਾਂ ਜੁਗੰਤਰ, ਜੁਗਾਂ ਦੀ ਗੱਲ ਕੀਤੀ, ਖਾ ਹੀ ਖਾਏ, ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ। ਫਿਰ ਕਹਿੰਦੇ ਨੇ ਖਾਂਦਿਆਂ ਖਾਂਦਿਆਂ ਮੂੰਹ ਘੁੱਠਾ ਪਹਿਨਾਉਂਦਿਆਂ ਸਭ ਅੰਗ। ਥੱਕ ਜਾਂਦਾ ਮੂੰਹ, ਪਰ ਉਹ ਦਿੰਦਾ ਨਹੀਂ ਥੱਕਦਾ। ਦੇਖੋ ਜੋ ਮੰਗਿਆ, ਅਸੀਂ ਚਲੋ ਆਪਣੀ ਲਾਈਫ 'ਤੇ ਵੇਖ ਲਈਏ ਜੀ। ਅੱਜ ਤੱਕ ਜੋ ਮੰਗਿਆ ਸਿੱਧੇ ਅਸਿੱਧੇ ਤੌਰ 'ਤੇ ਮਿਲਿਆ, ਮਿਲਿਆ ਜੀ। ਇਹ ਨਹੀਂ ਅਸੀਂ ਕਹਿ ਨਹੀਂ ਸਕਦੇ ਨਹੀਂ ਮਿਲਿਆ। ਅਤੇ ਫਿਰ ਭਾਈ ਮਨੁੱਖ ਵਾਸਤੇ ਤਾਂ ਬਹੁਤ ਵੱਡਾ ਦਾਤਾ। ਔਰ ਮਨੁੱਖ ਹੀ ਉਸ ਨੂੰ ਯਾਦ ਨਹੀਂ ਕਰਦਾ, ਬਾਕੀ ਸਾਰੇ ਪਸ਼ੂ ਪਕਸ਼ੀ ਉਸ ਨੂੰ ਯਾਦ ਕਰਦੇ ਨੇ ਜੀ। ਸਭ ਯਾਦ ਕਰਦੇ ਨੇ। ਸ਼ੁਕਰ ਹੈ। ਚੁਗੈ ਚਿਤਾਰੈ ਭੀ ਚੁਗੈ, ਮਹਾਰਾਜ ਕਹਿੰਦੇ ਹੈ ਚੁਗ ਚੁਗ ਚਿਤਾਰੇ। ਇੱਕ ਇੱਕ ਚੋਗਾ ਪਕਸ਼ੀ ਮੂੰਹ ਵਿੱਚ ਪਾਉਂਦਾ ਹੈ, ਉਹਨੂੰ ਨਮਸਕਾਰ ਕਰਦਾ ਜੀ। ਸ਼ੁਕਰ ਹੈ, ਸ਼ੁਕਰ ਹੈ। ਕਹਿੰਦਾ ਵੀ ਤੂੰ ਮੈਨੂੰ ਦਿੱਤਾ। ਅਸੀਂ ਇੰਨੀਆਂ ਦਾਤਾਂ ਭੋਗਦੇ ਹੋਏ ਵੀ ਉਹਦਾ ਸ਼ੁਕਰ ਨਹੀਂ ਕਰਦੇ। ਜੋ ਉਹ ਲੈ ਲੈਂਦਾ ਰੋਸ ਕਰਦੇ, ਜੋ ਹੈ ਨਹੀਂ ਉਹਦੀ ਅਰਦਾਸ ਕਰਦੇ ਹਾਂ। ਆਹ ਸਾਡਾ ਕੰਮ ਹੈ। ਅਸੀਂ ਇੱਦਾਂ ਦੇ ਹੋ ਲਏ, ਇੱਦਾਂ ਦੇ। ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ। ਕਹਿੰਦੇ ਉਹ ਨਾਸ਼ ਤੋਂ ਰਹਿਤ ਹੈ, ਸਾਰਿਆਂ ਜੀਵਾਂ ਦਾ ਦਾਤਾ ਹੈ। ਬਸ ਉਹਦਾ ਸਿਮਰਨ ਕਰਨ ਦੇ ਨਾਲ ਸਾਰੀ ਮੈਲ ਧੋਤੀ ਜਾਂਦੀ ਹੈ ਜੀ, ਸਾਰੀ ਮੈਲ। ਹੁਣ ਇਹਦੇ ਵਿੱਚ ਇਹ ਨਹੀਂ ਲਿਖਿਆ ਵੀ ਇੱਦਾਂ ਸਿਮਰਨ ਕਰੋ, ਇੱਦਾਂ ਸਿਮਰਨ ਕਰੋ, ਆਹ ਬਾਣੀ ਪੜ੍ਹੋ ਅਤੇ ਆਹ ਬਾਣੀ ਪੜ੍ਹੋ। ਐਸਾ ਤਾਂ ਕੁਝ ਨਹੀਂ ਲਿਖਿਆ ਜੀ। ਸਿਮਰਤ ਸਭ ਮਾਲਕ ਹੋਈ। ਇਹ ਵੀ ਨਹੀਂ ਲਿਖਿਆ ਭਾਈ ਤੇਰਾ ਜਿਹੜਾ ਤਨ ਮਨ ਇੱਕ ਹੋਵੇ, ਮਨ ਚਿੱਤ ਇੱਕ ਹੋਵੇ। ਇੱਥੇ ਇਸ ਮੈਲ ਖੋਣ ਵਾਸਤੇ ਐਸਾ ਕੁਝ ਨਹੀਂ ਲਿਖਿਆ। ਜਦੋਂ ਰੱਬ ਦੀ ਪ੍ਰਾਪਤੀ ਦੀਆਂ ਗੱਲਾਂ ਚੱਲਣੀਆਂ, ਉਦੋਂ ਗੱਲਾਂ ਹੋਣੀਆਂ ਵੀ ਭਾਈ ਮਨ ਜੁੜਨਾ ਚਾਹੀਦਾ। ਉਦੋਂ ਗੱਲਾਂ ਕਰਦੇ ਨੇ ਮਹਾਰਾਜ ਵੀ ਮਨ ਦਾ ਜੁੜਨਾ ਜ਼ਰੂਰੀ ਹੈ। ਜਦੋਂ ਮੈਲ ਧੋਣੀ ਹੈ ਉਸ ਵੇਲੇ ਕੋਈ ਨਹੀਂ, ਜਿੱਦਾਂ ਹੈ ਕਰੀ ਜਾ। ਭਾਵ ਜੇ ਮਨ ਨਹੀਂ ਲੱਗਦਾ, ਰਸ ਨਹੀਂ ਆਉਂਦਾ, ਮੈਲ ਤਾਂ ਧੋ ਹੁੰਦੀ ਹੈ ਨਾ। ਔਰ ਮੈਲ ਹੀ ਨਹੀਂ ਧੋਤੀ ਜਾਂਦੀ। ਜਿੰਨੇ ਦੁਨੀਆ 'ਤੇ ਤੀਰਥ ਨੇ, ਮੈਲ ਨਹੀਂ ਧੋ ਸਕਦੇ। ਜੇ ਧੋਂਦੇ ਵੀ ਹੈ ਤਾਂ ਹੋਰ ਚੜ੍ਹਦੀ ਹੈ ਬਾਣੀ ਦੇ ਮੁਤਾਬਕ। ਬਾਣੀ ਕਹਿੰਦੀ ਹੈ ਗੱਲ, ਜੇ ਥੋੜ੍ਹੀ ਬਹੁਤ ਲੈਂਦੀ ਵੀ ਹੈ ਮੈਲ, ਹੋਰ ਚੜ੍ਹਦੀ ਹੈ। ਔਰ ਡੇਲੀ ਚੜ੍ਹਦੀ ਹੈ ਤਾਂ
ਵਿਹਲੀ, ਰੋਜ਼ ਮੈਲਾ ਹੋ ਰਿਹਾ, ਅੱਤ ਮਲੀਨ ਹੋ ਗਿਆ, ਅੱਤ ਮਲੀਨ। ਧੋਤੇ ਹੱਛਾ ਨਾ ਹੋਏ ਸੀ, ਇਹ ਭਾਂਡਾ ਅੱਤ ਮਲੀਨ, ਜਿੰਨਾ ਮਰਜ਼ੀ ਧੋ ਲਾ, ਇਹ ਤਾਂ ਨਹੀਂ ਧੋਤਿਆਂ ਚੰਗਾ ਹੋਣਾ। ਸੋ ਹਾਂ ਬਾਣੀ ਪੜ੍ਹੀ ਜਾ, ਸਿਮਰਨ ਕਰੀ ਜਾ। ਮਹਾਰਾਜ ਕਹਿੰਦੇ ਮਲ ਖੋਈ, ਮੈਲ ਜ਼ਰੂਰ ਤੇਰੀ ਲੈ ਜਾਵੇਗੀ। ਔਰ ਜਿਸ ਦਿਨ ਮੈਲ ਲੈ ਗਈ ਹੈ ਨਾ, ਸਾਰੀ ਗਈ ਮੈਲ, ਉਸ ਦਿਨ ਸੁਰਤੀ ਜੁੜਨੀ ਸ਼ੁਰੂ ਹੋ ਜਾਣੀ ਜੀ। ਉਸ ਦਿਨ ਆਨੰਦ ਬਣਨਾ, ਰਸ ਆਉਣਾ। ਇਹ ਤਾਂ ਆਪਣੇ ਆਪ ਹੀ ਬਿਰਤੀਆਂ ਲੱਗਣੀਆਂ। ਫਿਰ ਪਤਾ ਲੱਗਣਾ ਬਿਰਤੀ ਹੁੰਦੀ ਕੀ ਹੈ। ਪਹਿਲਾਂ ਤਾਂ ਪਤਾ ਕੁੱਖ ਨਹੀਂ। ਜਿਹੜੀ ਵਸਤੂ ਨੂੰ ਵਰਤਿਆ ਹੀ ਨਹੀਂ, ਉਹਦੇ ਬਾਰੇ ਕੀ ਪਤਾ। ਜਿਹੜਾ ਪਦਾਰਥ ਛਕਿਆ ਨਹੀਂ, ਉਹਦੇ ਬਾਰੇ ਕੀ ਪਤਾ। ਜਦ ਬਿਰਤੀ ਲੱਗੀ ਕਦੀ ਨਹੀਂ, ਕੀ ਪਤਾ ਬਿਰਤੀ ਹੁੰਦੀ ਕੀ ਹੈ, ਕੀ ਪਤਾ। ਜਦੋਂ ਮੈਲ ਗਈ ਸਾਰੀ, ਫੇਰ ਲੱਗਦੀਆਂ ਬਿਰਤੀਆਂ। ਫਿਰ ਆਪਣੇ ਆਪ ਲਾਉਣੀਆਂ ਨਹੀਂ ਪੈਂਦੀਆਂ, ਬਿਰਤੀ ਲਾਉਣੀ ਨਹੀਂ ਪੈਂਦੀ, ਬਿਰਤੀ ਆਪਣੇ ਆਪ ਲੱਗਦੀ ਹੈ। ਨੀਂਦ ਲਿਆਉਣੀ ਨਹੀਂ ਪੈਂਦੀ, ਨੀਂਦ ਆਪਣੇ ਆਪ ਆਉਂਦੀ ਹੈ ਨੈਚੁਰਲੀ। ਹਜ਼ੂਰ ਅੱਗੇ ਕਹਿੰਦੇ ਨੇ, ਗੁਣ ਨਿਧਾਨ ਭਗਤਨ ਕੋ ਬਰਤਨ, ਬਿਰਲਾ ਪਾਵੈ ਕੋਈ। ਬਰਤਨ ਗੁਣਾਂ ਦਾ ਖਜ਼ਾਨਾ। ਹੁਣ ਕਿਆ ਲਿਖਿਆ, ਗੁਣ ਨਿਧਾਨ, ਗੁਣਾਂ ਦਾ ਖਜ਼ਾਨਾ। ਨਾਲ ਲਿਖ ਦਿੱਤਾ ਭਗਤਨ ਕੋ ਬਰਤਨ। ਇਹ ਦੋ ਚੀਜ਼ਾਂ ਬੜੀਆਂ ਮਾਇਨੇ ਰਖਾਉਂਦੀਆਂ। ਬੈਂਕ ਦੇ ਵਿੱਚ ਇੱਕ ਮੁਲਾਜ਼ਮ ਕੰਮ ਕਰਦਾ ਜੀ। ਉਹ ਹਜ਼ਾਰਾਂ, ਲੱਖਾਂ, ਕਰੋੜਾਂ ਨੋਟ ਉਹ ਗਿਣਦਾ। ਮਾਲਕ ਹੁੰਦਾ ਉੱਥੇ ਜਿਹੜਾ ਮੌਕੇ ਦਾ ਮੈਨੇਜਰ ਆ। ਅਰਬਾਂ ਰੁਪਈਆ ਜੇ ਬੈਂਕ 'ਚ ਪਿਆ, ਉਹਦਾ ਮਾਲਕ ਹੈ। ਜਿੰਨੇ ਕਰਮਚਾਰੀ ਨੋਟਾਂ 'ਚ ਹੀ ਹੁੰਦੇ ਨੇ ਸਾਰੇ। ਮਾਲਕ ਨੋਟਾਂ ਦਾ ਖਜ਼ਾਨਾ ਤਾਂ ਹੈ, ਵਰਤਣ ਵਾਸਤੇ ਹੈ ਨਹੀਂ। ਵਰਤਣ ਵਾਸਤੇ ਥੋੜ੍ਹੀ ਹੈ, ਵਰਤਣ ਵਾਸਤੇ ਵਰਤ ਨਹੀਂ ਸਕਦੇ ਭਾਈ, ਵਰਤ ਨਹੀਂ ਸਕਦੇ। ਇਹ ਸਿਰਫ ਬਸ ਇੱਕ ਜ਼ਿੰਮੇਵਾਰੀ ਹੈ ਤੁਹਾਡੀ। ਪਰ ਜਿਹੜੇ ਮਹਾਰਾਜ ਸੱਚੇ ਪਾਤਸ਼ਾਹ ਭਗਤਾਂ ਨੂੰ ਗੁਣ ਬਖਸ਼ਦੇ, ਉਹ ਵੀ ਖਜ਼ਾਨਾ, ਗੁਣਾਂ ਦਾ ਖਜ਼ਾਨਾ ਬਖਸ਼ਦੇ ਨੇ। ਅਤੇ ਨਾਲੇ ਕਹਿ ਦਿੱਤਾ ਭਗਤਾਂ ਨੂੰ ਵੀ ਤੁਹਾਡੇ ਵਰਤਣ ਵਾਸਤੇ ਹੈ। ਗੁਣ ਨਿਧਾਨ ਭਗਤਨ ਕੋ ਬਰਤਨ, ਵੀ ਤੁਹਾਡੇ ਵਰਤਣ ਲਈ ਹੈ। ਮਹਾਰਾਜ ਕਹਿੰਦੇ, ਖਾਵੋ ਖਰਚੋ ਰਲ ਮਿਲ ਭਾਈ, ਤੋਟ ਨ ਆਵੈ ਵਧਦੋ ਜਾਏ। ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ, ਸੋ ਏਤ ਖਜ਼ਾਨੇ ਲਿਆ ਰਲਾਏ। ਇਹ ਜਿਹੜਾ ਖਜ਼ਾਨਾ ਬਾਣੀ ਦਾ ਨਾ, ਜਿਹਦੇ ਮੱਥੇ ਦੇ ਲੇਖ ਲਿਖੇ ਆ, ਉਹਨੂੰ ਵਿੱਚੇ ਮਿਲਾ ਲੈਂਦੇ। ਚੱਲ ਕਹਿੰਦੇ ਤੂੰ ਵੀ ਮਾਲਕ, ਮਤਲਬ ਸਾਂਝੀ ਬਣਾ ਲਿਆ ਨਾ, ਪਾਰਟਨਰ ਬਣਾ ਲਿਆ, ਪਾਰਟਨਰ। ਏਤ ਖਜ਼ਾਨੇ ਲਿਆ ਰਲਾਏ। ਅੱਗੇ ਮੰਗਦਾ ਸੀ, ਹੁਣ ਦੇਣੇ ਵਾਲਾ ਹੋ ਗਿਆ। ਕੌਣ? ਭਗਤ। ਅੱਗੇ ਤਾਂ ਮੰਗਦਾ ਸੀ ਨਾ, ਹੁਣ ਦੇਣੇ ਵਾਲਾ ਬਣ ਗਿਆ, ਸਾਂਝੀ ਬਣ ਗਿਆ। ਅਤੇ ਮਹਾਰਾਜ ਪਾਤਸ਼ਾਹ ਤੇ ਕਹਿੰਦੇ ਰੱਬ ਦੇ ਕੋਲ ਜੋ ਵੀ ਹੈ, ਸੋ ਉਹ ਖਜ਼ਾਨਾ ਭਗਤਾਂ ਦਾ ਸਾਂਭਣ ਵਾਸਤੇ ਨਹੀਂ ਦਿੱਤਾ। ਕਹਿੰਦੇ ਖਾ ਵੀ ਅਤੇ ਖਰਚ ਵੀ, ਰਲ ਮਿਲ ਕੇ ਰਹਿ। ਖਾ ਵੀ ਅਤੇ ਖਰਚ ਵੀ, ਤੂੰ ਵਰਤ ਵੀ ਸਕਦਾ ਅਤੇ ਗਾਹਾਂ ਵਰਤਾ ਵੀ ਸਕਦਾ। ਭਗਤਨ ਕੋ ਬਰਤਨ, ਜੋ ਵੀ ਗੁਣਾਂ ਦਾ ਖਜ਼ਾਨਾ ਹੈ ਨਾ, ਭਗਤ ਉਹਨੂੰ ਵਰਤ ਸਕਦਾ ਜੀ। ਪਰ ਬਿਰਲਾ ਪਾਵੈ ਕੋਈ। ਰੱਬ ਦੇ ਗੁਣਾਂ ਦਾ ਖਜ਼ਾਨਾ ਸਾਰੇ ਨਹੀਂ ਪਾ ਸਕਦੇ, ਕੋਈ ਪ੍ਰਾਪਤ ਕਰਦਾ, ਕੋਈ। ਹੁਣ ਜਿਹੜਾ ਉਹਦਾ ਭਗਤ ਬਣੂ ਉਹੀ ਪ੍ਰਾਪਤ ਕਰੂ। ਭਗਤ ਕੌਣ ਬਣੂ? ਜਿਹੜਾ ਭਗਤੀ ਕਰੂ। ਭਗਤੀ ਕੌਣ ਕਰੂ? ਜਿਸ ਦਾ ਹਿਰਦਾ ਮੈਲ ਤੋਂ ਰਹਿਤ ਹੋਵੇਗਾ। ਜਿਸ ਦੇ ਅੰਦਰ ਮੈਲ ਹੈ, ਉਹ ਬੰਦਗੀ ਨਹੀਂ ਕਰ ਸਕਦਾ ਜੀ, ਬੰਦਗੀ ਹੋ ਹੀ ਨਹੀਂ ਸਕਦੀ ਹੈ। ਔਰ ਮੈਲ ਲਾਉਣ ਵਾਸਤੇ ਫਿਰ ਉਹਦਾ ਸਿਮਰਨ ਕਰਨਾ। ਮਰ ਸਿਮਰਤ ਸਭ ਮਲ ਖੋਈ। ਹਰ ਇੱਕ ਤਰ੍ਹਾਂ ਦੀ ਲੱਗੀ ਹੋਈ ਮੈਲ ਜਿਹੜੀ ਰਗੜੀ ਜਾਂਦੀ ਹੈ, ਉਹਦਾ ਸਿਮਰਨ ਕਰਨ ਦੇ ਨਾਲ। ਹਜ਼ੂਰ ਪਾਤਸ਼ਾਹ ਕਹਿੰਦੇ ਨੇ ਅੱਗੇ, ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ। ਕਿਹਨੂੰ ਕਿਹਾ? ਆਪਣੇ ਮਨ ਨੂੰ।
सो किहनूं जपना, कहंदे गोपाल। गो की आ? धरती। पाल पालना करने वाला, सारी धरती की पालना करने वाला, धरती नूं पैदा करने वाला, धरती की पालना करने वाला। जिन्ने धरती ते जीआ जंत ने सारिਆਂ ਦੀ पालना करदा है। इस करके हुण धरतियां पता नहीं किन्नियां क्या। हुण जिहड़ा गोपाल शब्द है सो ये बहुवचन है, बहुवचन ही हो गया। सो भाव पता नहीं जिन्नियां भी धरतियां सारियां, सो सारियां धरतियां दी पालना करदा पिया। पालन करने वाला इक्को ही है, रब नहीं। रब इक्को ही है, रब नहीं बहुते नहीं। जिन्नियां धरतियां उन्ने रब, इदां नहीं है। रब इक्को ही है। और धरतियां बहुत ने, धरतियां बेअंत ने। लखां दे हिसाब दे नाल धरतियां ते लखां दे हिसाब दे नाल आकाश ने। महाराज कहंदे वो सारियां दी परवरिश करदा पिया। फिर गो हुंदे ने साडे अग्यान इंद्रे। गो ज्ञान इंद्रियां नूं भी कहा जांदा है। इन्हां दी भी पालना वही करदा है, इन्हां दी पालना वो करदा। हुण जिद्दां जीव आ, जीव है ज्ञान इंद्रा, तो जीव की पालना आपां कर सकते हैं? नहीं कर सकते जी। जीव तो स्वाद चखदी है। जीव की खुराक की है? जीव आप की खांदी है? क्योंकि जिहड़ा जीव तो जो पदार्थ रख दो तो पेट 'च चले जाता। भाई जीव की खांदी है? जीव की खांदी? ये वो अपने ढंग तरीके नाल जीव की पालना करता पिया। किधर दी किहड़ी नाड़ी जीव नूं लाई हुई है जिहदे राहीं जीव नूं खुराक मिलती पई है? पता किसे नूं? कख नहीं पता किसे नूं। हुण कंन है, कन्नां दी पालना उही करदा। डॉक्टर दा माड़ा मोटा नुक्स देख सकदे भी की है ते की नहीं। ये जिहड़ी श्रवण शक्ति, सुनन शक्ति है, सो वो दिंदा है, पालना करदा है। अखां दी देखण दी शक्ति, कन्नां दी सुनने दी शक्ति, जीभा दी बोलण दी शक्ति। सो ये ज्ञान इंद्रियां दी पालना उही कर सकदा है, उही कर रहा है। और जिन्ना चिकर ये शरीर दे विच आपां रहना उन्हें पालना करी जानी है। सच्चे पातशाह कहंदे मन नूं क्या? मेरे मन जप, जपना कर। किहनूं? कहंदे गुर गोपाल प्रभ सोई। गोपाल नूं जप ते ओही गुरु आ ते ओही प्रभ आ जी। गोपाल, गोपाल प्रभ सोई। वैसे जिहड़ा गोपाल शब्द है सो ये अपने मूल नूं भी कहा होया है। मूल, क्योंकि मूल उहदा पार्ट आ। मूल साडा जिहड़ा जिहदे विच मन ने अभेद होना, खेड तां इत्थे ही शरीर विच ही सारी खेड हो रही है। इस करके मूल नूं भी गोपाल कहा जाता है, क्योंकि मूल जिहड़ा अंदर आ ना वो ज्ञान इंद्रियां दी पालना करता पिया, उहनूं भी गोपाल आख्या है। वो मेरिया मना कहंदे गोपाल मूल, उहनूं जप। कहंदे ओही रब है, आत्मा ही रब है। आत्मा ही, आत्मा परमात्मा, आत्मा ही रब हो गई। कहंदे उहनूं जप। जप भाव नूं जान, जप नूं पप्पे नूं सिहारी जानण नूं भी कहा होया। समझ, सियाण, ये गल्लां कहीआं जांदियां। कहंदे जान उहनूं। किद्दां जानना? कहंदे गुर। गुर तो भाव है ज्ञान। गुरबाणी दे ज्ञान राही उसनूं जाणिया जांदा है। अगे जां की शरण पिया सुख पाईया, बाहुड़ दुख न होई। वो केड़ी ऐसी जगह जिथे जाके दुख नहीं मिलता? महाराज कहते ओहदी शरण आ। जा की शरण, ओहदी शरण है किथे? जिथे तू याद कर लेना उत्थे ही शरण बन जानी है। कोई एक जगह निर्धारित नहीं है। महाराज गुरु ग्रंथ साहब जी की शरण इत्थे जो संगत विच आईदा, ये तो सरगुण सिस्टम हो गया ना। हुण निराकार दे विच जिथे तू हैगा उत्थे ही बाणी की शरण है। बाणी नूं पढ़ ला, बाणी की शरण मिल जानी है। छतरी आपां फोल्ड करके रखी हुई है जी, मीह पैंदा जिथे मर्जी खोल के ला लो जी, उत्थे छत देन दी सन। बाणी कोल है, बाणी की शरण लैनी है तो आनंद नाल बैठ के उसका पाठ कर लो, उत्थे तैनूं बाणी की शरण मिल जानी। धुप तो भी बचाउंदी छतरी, मीह तो भी बचाउंदी है। इस तरह बाणी हरेक
ਤਰ੍ਹਾਂ ਦੀ ਜਿਹੜੀ ਉਪਾਧੀ ਹੁੰਦੀ ਹੈ ਉਹ ਤੋਂ ਬਾਣੀ ਬਚਾ ਦਿੰਦੀ ਹੈ। ਜਾ ਕੀ ਸ਼ਰਨ ਇਹਾ ਸੁਖ ਪਾਈ ਹੈ। ਬਾਣੀ ਦੀ ਸ਼ਰਨ ਵਿੱਚ ਆਉਣ ਦੇ ਨਾਲ ਮੁੜ ਕੇ ਦੁੱਖ ਨਹੀਂ, ਕਹਿੰਦੇ ਬਹੁੜ ਦੁੱਖ ਨਾ ਹੋਈ, ਮੁੜ ਕੇ ਦੁੱਖ ਨਹੀਂ। ਕਿਉਂਕਿ ਦੁੱਖ ਕਿਉਂ ਨਹੀਂ, ਵੀ ਦੁੱਖ ਤਾਂ ਜਦ ਕਰਮ ਹੁੰਦੇ ਸਾਡੇ ਤਾਂ ਦੁੱਖ ਤਾਂ ਆਉਂਦੇ ਹੀ ਆਉਂਦੇ ਹੈ, ਦੁੱਖ ਤਾਂ ਆਉਣੇ ਹੀ ਹੈ ਜਿੰਨਾ ਚਿਰ ਸਰੀਰ 'ਚ ਰਹਿਣਾ। ਮਹਾਰਾਜ ਕਹਿੰਦੇ ਪਤਾ ਜੋ ਲੱਗ ਗਿਆ ਨਾ, ਜੁਗਤੀ ਮਿਲ ਗਈ ਹੁਣ ਵੀ ਭਾਈ ਬਾਣੀ ਕੋਲ ਹੈ, ਬਾਣੀ ਪ੍ਰੇਮ ਨਾਲ ਪੜ੍ਹੋ, ਸੁਣੋ, ਅਰਦਾਸ ਕਰੋ, ਦੁੱਖ ਗਿਆ। ਫਿਰ ਦੁੱਖ ਇਹਨੂੰ ਕਹਤਾ ਬਹੁੜ ਦੁੱਖ ਨਾ ਹੋਈ, ਕਿਉਂਕਿ ਜਦੋਂ ਹੀ ਦੁੱਖ ਆਇਆ ਉਦੋਂ ਹੀ ਬਾਣੀ ਪੜ੍ਹ ਲਈ, ਜਦੋਂ ਦੁੱਖ ਆ ਉਦੋਂ ਹੀ ਬਾਣੀ ਪੜ੍ਹ ਲਈ। ਉਹਦੀ ਸ਼ਰਨ ਵਿੱਚ ਆ ਕੇ ਦੌੜ ਕੇ ਭੱਜ ਕੇ ਉਹਦੀ ਸ਼ਰਨ ਵਿੱਚ ਆ। ਹੁਣ ਸ਼ਰਨ ਵਿੱਚ ਆਉਣ ਦਾ ਪਤਾ ਲੱਗ ਗਿਆ ਕਿੱਦਾਂ ਆਈਦਾ, ਅਤੇ ਫਿਰ ਮੁੜ ਕੇ ਦੁੱਖ ਇਹਨੂੰ ਕਹਿੰਦੇ ਬਹੁੜ ਦੁੱਖ ਨਾ ਹੋਈ। ਇਹਦਾ ਇਹ ਨਹੀਂ ਵੀ ਬਾਣੀ ਤਾਂ ਕਹਿੰਦੇ ਮੁੜ ਕੇ ਦੁੱਖ ਨਹੀਂ ਆਉਣਾ, ਦੁੱਖ ਵੀ ਆ ਗਿਆ। ਅਤੇ ਭਾਈ ਇਹਦਾ ਮਤਲਬ ਤੂੰ ਹੁਣ ਬਾਣੀ ਪੜ੍ਹ, ਪਹਿਲੋਂ ਕਿੱਦਾਂ ਦੁੱਖ ਤੋਂ ਮੁਕਤ ਹੋਇਆ ਸੀ ਬਾਣੀ ਪੜ੍ਹ ਕੇ, ਅਤੇ ਹੁਣ ਵੀ ਉਹ ਪੜ੍ਹ। ਉਦੋਂ ਪਤਾ ਬਾਣੀ ਪੜ੍ਹ ਕੇ ਮੇਰਾ ਛੁਟਕਾਰਾ, ਅਤੇ ਹੁਣ ਕਿਉਂ ਨਹੀਂ ਪੜ੍ਹਦਾ? ਹੁਣ ਪੜ੍ਹ, ਤੈਨੂੰ ਜੁਗਤੀ ਦਿੱਤੀ ਹੋਈ ਹੈ, ਦਿਮਾਗ ਦਿੱਤਾ, ਅਕਲ ਦਿੱਤੀ, ਉਹਦਾ ਇਸਤੇਮਾਲ ਕਰ। ਹੁਣ ਬਾਣੀ ਪੜ੍ਹਨ ਦੇ ਨਾਲ, ਸੁਣਨ ਦੇ ਨਾਲ ਦੁੱਖ ਦੂਰ ਹੁੰਦੇ ਨੇ। ਪੜ੍ਹ, ਉਹਦੀ ਸ਼ਰਨ, ਇਹ ਉਹਦੀ ਸ਼ਰਨ ਹੈ। ਮਹਾਰਾਜ ਕਹਿੰਦੇ ਰਹਾਓ, ਵਡਭਾਗੀ ਸਾਧ ਸੰਗ ਪ੍ਰਾਪਤ, ਤਿਨ ਭੇਟਤ ਦੁਰਮਤ ਖੋਈ। ਵੱਡਿਆਂ ਭਾਗਾਂ ਦੇ ਨਾਲ ਸਾਧ ਸੰਗਤ ਦੀ ਪ੍ਰਾਪਤੀ ਹੁੰਦੀ ਹੈ ਜੀ, ਐਵੇਂ ਥੋੜ੍ਹੀ ਸੰਗਤ ਮਿਲ ਜਾਂਦੀ ਹੈ। ਭੇਟ ਹੁੰਦਾ ਵੀ ਅੰਦਰੋਂ ਅੰਤਰੀ ਮਿਲਣ ਹੋਣਾ, ਅੰਦਰੋਂ ਮੇਲ ਹੋ ਜਾਣਾ। ਤਿੰਨ ਭੇਟਤ, ਜਦੋਂ ਅੰਦਰੋਂ ਬਾਣੀ ਦੇ ਨਾਲ ਮੇਲ ਹੋਇਆ, ਬਾਣੀ ਦੀ ਗੱਲ, ਬਾਣੀ ਦਾ ਵਚਨ ਅੰਦਰ ਟੱਚ ਹੋਇਆ, ਅੰਦਰ ਸੱਟ ਮਾਰੀ, ਤੈਨੇ ਮੰਨ ਲਿਆ, ਭੇਟ ਹੋ ਗਈ ਬਾਣੀ ਨਾਲ। ਤਿੰਨ ਭੇਟਤ ਦੁਰਮਤ ਖੋਈ, ਮਾੜੀ ਮੱਤ ਨਾਲ ਹੀ ਖਤਮ ਹੋ ਜਾਂਦੀ ਹੈ। ਤਿਨ ਕੀ ਧੂਰ ਨਾਨਕ ਦਾਸ ਬਾਛੈ, ਜਿਨ ਹਰ ਨਾਮ ਹਿਰਦੈ ਪਰੋਈ। ਸੋ ਇਹੋ ਜਿਹੇ ਗੁਰਮੁਖ ਜਨ, ਗੁਰਮੁਖ ਪਿਆਰੇ, ਜਿਨ੍ਹਾਂ ਦੀ ਦੁਰਮਤ ਨਸ਼ਟ ਹੋ ਚੁੱਕੀ ਹੈ, ਮੈਂ ਇਹੋ ਜਿਹੇ ਮਹਾਂਪੁਰਖਾਂ ਦੀ ਚਰਨ ਧੂੜ ਚਾਹੁੰਦਾ, ਬਾਂਛਾ ਹੁੰਦਾ ਚਾਹੁੰਦਾ। ਸੋ ਜਿਨ੍ਹਾਂ ਨੇ ਆਪਣੇ ਹਿਰਦੇ ਦੇ ਵਿੱਚ ਨਾਮ ਨੂੰ ਪਰੋ ਕੇ ਰੱਖਿਆ ਹੋਇਆ ਹੈ, ਅਤੇ ਨਾਮ ਨੂੰ ਤਾਂ ਉਹੀ ਪਰੋ ਸਕਦੇ ਨੇ ਜਿਨ੍ਹਾਂ ਦੀ ਦੁਰਮਤ ਖਤਮ ਹੋ ਚੁੱਕੀ ਹੈ, ਮਾੜੀ ਮੱਤ। ਜਿਨ੍ਹਾਂ ਦੀ ਮਾੜੀ ਮੱਤ ਖਤਮ ਹੋ ਗਈ, ਉਹਨਾਂ ਨੇ ਨਾਮ ਪਰੋ ਲਿਆ, ਅਤੇ ਉਹਨਾਂ ਦੀ ਮਹਾਰਾਜ ਕਹਿੰਦੇ ਮੈਂ ਚਰਨ ਧੂੜ ਮੰਗਦਾ। ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕੀਤੀ, ਪਾਵਨ ਉਪਦੇਸ਼ ਬਖਸ਼ਿਆ। ਸਤਿਗੁਰੂ ਜੀ ਕਿਰਪਾ ਕਰਨ, ਉਪਦੇਸ਼ ਹਿਰਦਿਆਂ ਵਿੱਚ ਵਸੇ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਂਕਾਰ ਸਤਿਗੁਰੂ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਸੇਤੀ, ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਸ਼ਬਦ ਹੋਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹੈ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ। ਦੁੱਖ ਸਭ ਵਿਸਾਰਣਾ, ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ। ਸਭਨਾ ਗੱਲਾਂ ਸਮਰਾ ਸੁਆਮੀ, ਸੋ ਕਿਉ ਮਨੋ ਵਿਸਾਰਿਓ। ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇਹ ਸੋ ਪਾਵੇ। ਸਦਾ ਸਿਰ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੇ, ਸਾਚਾ ਨਾਮ ਮੇਰਾ ਆਧਾਰੋ। ਸਾਚ ਨਾਮਦਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਕਰਸ਼ਾਨ ਸੁਖ ਮਨ ਆਇਓ ਸਿਆ, ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰ ਵਿਟੋਂ, ਜਿਸ ਦੀਆਂ ਵਡਿਆਈਆਂ। ਕਹੈ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ। ਹੂੰ ਅੱਜ ਪੰਜ ਸ਼ਬਦ ਤਿਤ ਘਰ ਸੁਭਾਗੈ, ਕਰ ਸੁਭਾਗੇ ਸ਼ਬਦ ਵਾਜੇ ਕਾਲਾ ਜਿਤ ਖਰਤਾਰੀਆ। ਪੰਜ ਦੂਤ ਦਵਸ ਕੀਤੇ, ਕਾਲ ਕੰਠ ਮਾਰਿਆ। ਤੁਰ ਕਰਮ ਪਾਇਆ ਤੁਰ ਜਿਨ ਕੋ ਸੇ, ਨਾਮ ਹਰ ਕੇ ਲਾਗੇ। ਕਹਿ ਨਾਨਕ ਤੈਸ ਕੋ ਤਿਤ ਕਰ ਅਨਹਦ ਵਾਜੇ।
ਅਨੁਸਣੋ ਵਡਭਾਗਿਓ ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ। ਸੁਣ ਤੇ ਪੁਨੀਤ ਕਹਿਤੇ ਪਵਿੱਤ ਸਤ ਗੁਰ ਰਹਿਆ ਭਰਪੂਰੈ। ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਸੁਣ ਤੇ ਪੁਨੀਤ ਕਹਿਤੇ ਪਵਿੱਤ ਸਤ ਗੁਰ ਰਹਿਆ ਭਰਪੂਰੈ। ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੂੰ ਕੈ ਅਰਦਾਸ। ਜੀਓ ਪਿੰਡ ਸਭ ਤੇਰੀ ਰਾਸ। ਹਮ ਬਾਰਕ ਤੇਰੇ ਨਾ ਸੂਖ ਕੰਧੇਰੇ। ਹੋਏ ਨਾ ਜਾਣੈ ਤੁਮਰਾ ਅੰਤ ਉੱਚਾ ਭਗਵੰਤ। ਸਗਲ ਸਮਗਰੀ ਤੁਮਰਾ ਸੂਤਰ ਧਾਰੀ